एक ओंकार सतगुर प्रसाद। राग सारंगा महला नवा। हार बिना तेरो को ना सहाई। काकी मात पिता सुत बनता। को कहूँ को पाई रहो। ताना तरनी अर संपत सगरी। जो मन्यो अपनाई। ताना छूटे कछ संग ना चले। कहाँ तहे लपटाई। दीन दयाल सदा दुख पंजना। तास्यो रुच ना बढ़ाई। नानक कहत जगत सब मिथ्या। जो सुपना रनाई। दीन दयाल सदा दुख पंजन। तास्यो रुच ना बढ़ाई। नानक कहत जगत सब मिथ्या। ज्यों सुपना रनाई। वाहिगुरु जी का खालसा वाहिगुरु जी की फतेह। परम कृपालु रहबर ज्ञान दे मुजस्मे हालत पलत दे राखे ऐसे परम कृपालु गुरु जिन्हां दी मुकद्दस गोद अंदर आव समूह हादरीन संध्या दे दीवाना अंदर जुड़ बैठे हो। चल रही लड़ीवार विचार पावन पवित्र बाणी धन गुरु तेग बहादुर पातशाह जी के मुखारबिंद तो उच्चारण की। अज सारंग राग की आरंभता हुई है। गुरु तेग बहादुर पातशाह जी के सारंग राग दे विच जिहड़े शब्द ने उन्हां विचों पहला शब्द है जिसकी विचार आप जी नाल करनी। इस तो पहला असी राग बसंत जिहड़ा है उस दे विच सतगुरु पातशाह जी के 5 शब्द सन जिन्हां दी कथा विचार आप जी नाल सांझी कीती। सो धन गुरु ग्रंथ साहिब जी महाराज जी के पावन अंक 1231 के उपर ये पावन पवित्र शब्द सुभाएमान है जो आप जी ने सरवण किया। कथा का आगाज रहाऊ के पदे तो है। आरंभता दे विच सतगुरु पातशाह जी संखेप रूप दे विच मंगलाचरण दर्ज करते हैं। एक ओंकार सत गुरु प्रसाद। ओ अकाल पुरख ओ दैवी हस्ती जिसने सारी कायनात सारे ब्रह्मंड नूं सिरजिया है। जो जर्रे जर्रे दे विच संसार दे समाया होया है। जो हर ब्रह्मंड दे विच नज़र आउंदा है ते ओही जिहड़ा है साडे पिंडे दे विच भी नज़र आउंदा है। बाड़ी तौर दे उत्ते जिहड़ी शक्ति जिहड़ा हुक्म संसार दे विच वरत रिहा ना ओही परम आत्मा जिहड़ी है साडे अंदर वसदी है। से सतगुरु पातशाह कहंदे भी सत संसार दे विच कुछ भी इदां दा नहीं जिहड़ा सत होवे। सत तो भाव हुंदा है सदैव काल टिकिया रहन वाला सदा कायम रहन वाला। ते साध संगत जी संसार दीयां जिहड़ियां वस्तुआं ने ना ये सीमित ने इन्हां दा दायरा है। ते अकाल पुरख जिहड़ा है असीमित है उन्होंने सीमित किया नहीं जा सकता। वो सच्चा है ते किसी मुकद्दस गुरु की कृपा दे नाल किसी रहबर की कृपा दे नाल गुरु की बख्शिश सदका सानू वो गुरु प्राप्त हुंदा जदों कोई गुरु सोझी दवे। प्रसाद
ਉਹਦੀ ਕਿਰਪਾ ਦੇ ਨਾਲ, ਉਹਦੀ ਬਖਸ਼ਿਸ਼ ਦੇ ਨਾਲ ਪ੍ਰਾਪਤ ਹੋਣ ਵਾਲਾ ਉਹ ਗੁਰੂ। ਰਾਗ ਸਾਰੰਗ, ਸਾਰੰਗ ਰਾਗ ਦੇ ਅੰਦਰ ਇਸ ਸ਼ਬਦ ਨੂੰ ਗਾਇਨ ਕੀਤਾ ਗਿਆ ਹੈ। ਮਹੱਲਾ 9ਵਾਂ। ਪਾਤਸ਼ਾਹ ਰਹਾਉ ਦੇ ਪਦ ਵਿੱਚ ਬੰਦ ਕਰਦੇ ਨੇ, ਹਰ ਬਿਨਾ ਤੇਰੋ ਕੋ ਨਾ ਸਹਾਈ, ਕਾਂ ਕੀ ਮਾਤ ਪਿਤਾ ਸੁਤ ਬਣਤਾ, ਕੋ ਕਾਹੂੰ ਕੋ ਪਾਈ ਰਹਾਉ। ਹੁਣ ਸੰਸਾਰ ਦੀ ਅਸਲੀਅਤ ਬਾਰੇ ਸਤਿਗੁਰੂ ਪਾਤਸ਼ਾਹ ਸਾਨੂੰ ਜਾਣੂ ਕਰਾਉਂਦੇ। ਕਈ ਵਾਰ ਸਾਧ ਸੰਗਤ ਜੀ ਬਾਣੀ ਪੜ੍ਹਦੇ ਆ ਨਾ, ਮੈਂ ਪਹਿਲਾਂ ਵੀ ਬੜੀ ਵਾਰ ਬੇਨਤੀ ਕੀਤੀ ਵੀ ਸਤਿਗੁਰੂ ਪਾਤਸ਼ਾਹ ਦੀ ਬਾਣੀ ਵਿੱਚੋਂ ਨਾ ਬੈਰਾਗ ਝਲਕਦਾ ਹੈ। ਇਸ ਤਰ੍ਹਾਂ ਕਰਕੇ ਲੱਗਦਾ ਜਦੋਂ ਬਾਣੀ ਪੜ੍ਹੀਏ ਹੁਣ ਤੱਕ ਅਸੀਂ ਗੁਰੂ ਪਾਤਸ਼ਾਹ ਜੀ ਦੇ ਜਿੰਨੇ ਸ਼ਬਦ ਨੇ ਨਾ, ਜਿੰਨੀ ਅਸੀਂ ਹੁਣ ਤੱਕ ਵਿਚਾਰ ਕੀਤੀ ਨਾ, ਉਹਨਾਂ ਸਾਰਿਆਂ ਦੇ ਵਿੱਚ ਵੈਰਾਗ ਦੀ ਗੱਲ ਸੀ। ਸਤਿਗੁਰੂ ਪਾਤਸ਼ਾਹ ਜੀ ਸਪਸ਼ਟ ਤੌਰ ਦੇ ਉੱਤੇ ਇਹ ਗੱਲ ਸੰਸਾਰ ਨੂੰ ਸਮਝਾਉਣਾ ਚਾਹੁੰਦੇ ਨੇ, ਜ਼ਾਹਰ ਕਰਨਾ ਚਾਹੁੰਦੇ ਨੇ ਵੀ ਇਹ ਜਿਹੜਾ ਸੰਸਾਰ ਹੈ ਇਹਨੂੰ ਸਤਿਗੁਰੂ ਪਾਤਸ਼ਾਹ ਕਦੇ ਧੂਏ ਦੀ ਗੱਲ ਕਰਦੇ, ਕਦੇ ਬੱਦਲ ਦੀ ਛਾਈ ਦੀ ਗੱਲ ਕਰਦੇ, ਕਦੇ ਸੁਪਨੇ ਦਾ ਪ੍ਰਕਰਣ ਦੱਸਦੇ, ਸੁਪਨੇ ਦਾ ਭੁਲੇਖਾ ਦੱਸਦੇ, ਵਹਿਮ ਦੱਸਦੇ। ਕਦੇ ਸਤਿਗੁਰੂ ਪਾਤਸ਼ਾਹ ਇਹਨੂੰ ਪਾਣੀ ਦੇ ਵਿੱਚ ਬਣਿਆ ਹੋਇਆ ਉਹ ਬੁਲਬੁਲਾ ਦੱਸਦੇ। ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਨਾਸ਼ਵਾਨ ਹੈ ਸੰਸਾਰ। ਇਹਨੂੰ ਝੂਠਾ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਦੱਸਿਆ। ਤੇ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚੋਂ ਬੈਰਾਗ ਤੇ ਝਲਕਦਾ ਹੈ, ਇਹ ਗੱਲ ਸਪਸ਼ਟ ਹੈ। ਪਰ ਸਾਧ ਸੰਗਤ ਜੀ ਇਹ ਬੈਰਾਗ ਉਹ ਬੈਰਾਗ ਨਹੀਂ ਜਿਨ੍ਹਾਂ ਨੂੰ ਕਈ ਵਿਦਵਾਨਾਂ ਨੇ ਇਸ ਤਰ੍ਹਾਂ ਕਰਕੇ ਲਿਖ ਦਿੱਤਾ ਵੀ ਸਤਿਗੁਰੂ ਪਾਤਸ਼ਾਹ ਸੰਸਾਰ ਤੋਂ ਨਾ ਉਪਰਾਮ ਹੋ ਗਏ। ਉਹਨਾਂ ਨੂੰ ਲੱਗਦਾ ਵੀ ਜਿਸ ਤਰ੍ਹਾਂ ਜੋਗੀ ਸੰਸਾਰ ਨੂੰ ਛੱਡ ਕੇ, ਆਪਣੀਆਂ ਜ਼ਿੰਮੇਵਾਰੀਆਂ ਨੂੰ ਛੱਡ ਕੇ, ਘਰ ਪਰਿਵਾਰ, ਆਪਣੇ ਮਾਤਾ ਪਿਤਾ ਜਿਨ੍ਹਾਂ ਨੇ ਜਨਮ ਦਿੱਤਾ, ਉਹਨਾਂ ਨੂੰ ਮੁਸੀਬਤਾਂ ਦੇ ਵਿੱਚ ਛੱਡ ਕੇ ਤੇ ਪਹਾੜਾਂ ਦੀਆਂ ਕੰਦਰਾਂ ਦੇ ਵੱਲ ਨਿਕਲ ਗਏ। ਉਹ ਕਹਿੰਦੇ ਵੀ ਅਸੀਂ ਪਹਾੜਾਂ ਦੇ ਵਿੱਚ ਜਾ ਕੇ ਕਿਸੇ ਪਰਮ ਸ਼ਕਤੀ ਨੂੰ ਲੱਭਣ ਦੀ ਕੋਸ਼ਿਸ਼ ਕਰਾਂਗੇ, ਯਤਨ ਕਰਾਂਗੇ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸੰਸਾਰ ਤੋਂ ਉਪਰਾਮ ਹੋ ਕੇ, ਸੰਸਾਰ ਦੇ ਕਾਰ ਵਿਹਾਰ ਜ਼ਿੰਮੇਵਾਰੀਆਂ ਨੂੰ ਛੱਡ ਕੇ ਪਹਾੜਾਂ ਦੇ ਵਿੱਚ ਜਾ ਕੇ ਜੋ ਤੁਸੀਂ ਲੱਭੋਗੇ, ਜੋ ਪ੍ਰਾਪਤ ਕਰੋਗੇ, ਉਹਦਾ ਦੁਨੀਆ ਨੂੰ ਕੀ ਲਾਭ। ਜੇਕਰ ਪਰਮਾਤਮਾ ਨੂੰ ਲੱਭਣਾ ਹੈ ਤੇ ਉਹ ਤੇ ਸੰਸਾਰ ਦੇ ਵਿੱਚ ਹੀ ਬੈਠਾ ਨਾ। ਤੁਸੀਂ ਉਹਨੂੰ ਜੰਗਲਾਂ ਵਿੱਚ ਲੱਭਦੇ ਫਿਰਦੇ ਹੋ। ਕਾਹੇ ਰੇਵਨ ਖੋਜਨ ਜਾਈ, ਸਦਾ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਵੀ ਉਹਨੂੰ ਜੰਗਲਾਂ ਦੇ ਵਿੱਚੋਂ ਕਿਉਂ ਲੱਭਦੇ ਫਿਰਦੇ? ਉਹ ਤੇ ਤੇਰੇ ਅੰਦਰ ਹੀ ਸਮਾਇਆ ਹੋਇਆ ਹੈ। ਸੰਸਾਰ ਦੇ ਮਾਇਆ ਤੋਂ ਨਿਰਲੇਪ ਹੈ ਉਹ ਪਰਮਾਤਮਾ। ਤੇ ਸਾਧ ਸੰਗਤ ਜੀ ਅਸਲ ਦੇ ਵਿੱਚ ਵੈਰਾਗ ਕੀ ਹੁੰਦਾ ਹੈ? ਜਿਸ ਵੈਰਾਗ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਅਪਣਾਇਆ, ਇਹ ਵੈਰਾਗ ਹੈ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਜਿਹੜੇ ਵਿਕਾਰ ਨੇ ਨਾ, ਜਿਹੜੀ ਵਿਖਿਆ ਹੈ, ਇਸ ਤੋਂ ਆਪਣੇ ਆਪ ਨੂੰ ਨਿਰਲੇਪ ਕਰ ਲੈਣਾ। ਇਸ ਚੀਜ਼ ਤੋਂ ਜਿਹੜਾ ਹੈ ਵੈਰਾਗੀ ਹੋ ਜਾਣਾ। ਆਪਣੇ ਆਪ ਨੂੰ ਸੰਸਾਰ ਦੀ ਮਾਇਆ ਤੋਂ ਬਚਾ ਕੇ ਰੱਖਣਾ, ਇਹ ਹੈ ਅਸਲ ਵੈਰਾਗ ਜਿਹੜਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਅਪਣਾਇਆ। ਤੇ ਸਤਿਗੁਰੂ ਪਾਤਸ਼ਾਹ ਬਚਨ ਕਰਦੇ, ਹਰ ਬਿਨਾ ਤੇਰੋ ਕੋ ਨਾ ਸਹਾਈ। ਹੇ ਸੰਸਾਰ ਵਿੱਚ ਆਏ ਹੋਏ ਭਲੇ ਮਨੁੱਖਾ, ਇੱਕ ਪਰਮਾਤਮਾ ਤੋਂ ਇਲਾਵਾ ਸੰਸਾਰ ਵਿੱਚ ਤੇਰਾ ਕੋਈ ਸਹਾਈ ਨਹੀਂ ਹੋਣ ਵਾਲਾ, ਕੋਈ ਤੇਰਾ ਸੰਗੀ ਹੋਣ ਵਾਲਾ ਨਹੀਂ, ਕੋਈ ਤੇਰੇ ਸਾਥ ਨਿਭਣ ਵਾਲਾ ਨਹੀਂ। ਜਿਹਨੂੰ ਸਤਿਗੁਰੂ ਪਾਤਸ਼ਾਹ ਨੇ ਇੱਦਾਂ ਵੀ ਸਮਝਾਉਣਾ ਕੀਤਾ, ਕੋਈ ਜਾਣੈ ਕਵਨ ਇਹਾ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ, ਤਾਂ ਕਿ ਨਿਰਮਲ ਰੀਤ। ਸਤਿਗੁਰੂ ਪਾਤਸ਼ਾਹ ਕਹਿੰਦੇ ਸੰਸਾਰ ਵਿੱਚ ਸਾਡਾ ਅਸਲ ਮਿੱਤਰ ਕੌਣ ਹੈ? ਕੋਈ ਵਿਰਲਾ ਹੀ ਜਾਣਦਾ। ਜਿਸ ਹੋਏ ਕਿਰਪਾਲ, ਉਹਦੀ ਜਿਹਦੇ ਤੇ ਬਖਸ਼ਿਸ਼ ਹੋ ਜਾਵੇ ਨਾ, ਉਹਨੂੰ ਪਤਾ ਲੱਗ ਜਾਂਦਾ ਮੇਰੇ ਅਸਲ ਮਿੱਤਰ ਕੌਣ ਨੇ। ਉਹ ਪਰਮਾਤਮਾ ਨੂੰ ਆਪਣਾ ਮਿੱਤਰ ਬਣਾਉਂਦਾ ਹੈ, ਆਪਣਾ ਸਖਾ, ਆਪਣਾ ਮਿੱਤਰ, ਆਪਣਾ ਮਾਤਾ, ਆਪਣਾ ਪਿਤਾ, ਆਪਣਾ ਪਰਿਵਾਰ, ਆਪਣਾ ਰਿਸ਼ਤੇਦਾਰ। ਉਹ ਪਰਮਾਤਮਾ ਨੂੰ ਸਮਝਦਾ ਵੀ ਸਤਿਗੁਰੂ ਤੇਰੇ ਤੋਂ ਬਗੈਰ ਹੋਰ ਕੋਈ ਵੀ ਨਹੀਂ ਮੇਰਾ।
कोई भी नहीं। तो साध संगत जी मुड़ के ये गल भी स्पष्ट हो जाती, कहते जेदा संसार में कोई भी नहीं ना, कहते उहदा रब तो है। ये बाद में पता लगता है भी जेदा कोई भी नहीं उहदा रब तो है ना। तो सतगुर पातशाह कहते जिस होए कृपाल सोई विद बूझै ताकि निर्मल रीत, मात पिता बनता सुत बंतप इष्ट मीत अर भाई, पूरब जन्म के मिले संजोगी अंत को ना सहाई। साडे पूर्वे जन्मां दे कीते हुए कर्मां दे करके हुण साध संगत जी इस तो पहला पूर्वले कर्म की सी? पूर्वला कोई पिछले जन्म की गल नहीं, हुण तो पहला की गल है भी जेकर जिस घर दे विच जन्म लिया ना, उस घर दे विच जिहड़े माता पिता सी, जिस माता की कुख तो जन्म लिया, उन्हां दे नाल तेरा संबंध बनिया। इहनूं कहंदे ने ब्लड रिलेशन। भी ये रिश्ते जिहड़े सी पूर्वले कीते हुए कर्मां दे अनुसार पूर्वले जन्मां दे नाल मिथे गए सन, जिहड़े आप नहीं बनाए, सानू मिले। परमात्मा की बख्शी सदका ही कह लईए भी ये सानू रिलेशन मिले, ये रिश्ते मिले। तो सतगुर पातशाह कहते मात पिता बनता सुध बंतप इष्ट मीत अर भाई। असल दे विच तेरे नाल निभण वाला कोई नहीं। इत्थे सतगुर पातशाह ने ना सारे परिवार की, माता पिता बच्चों की, सारिਆਂ की गल कर दी, भरावां की भी गल कर दी भी तेरा कोई भी बनने वाला इन्हां दे नाल नहीं। ये असल संसार विच तेरी जिंदगी तू जिउना है, तेरी जिंदगी का एक सहारा ने, जिंदगी जिउण वास्ते कोई संगी कोई मित्र ने। पर असली तौर पर जे तू इन्हां नूं समझे तो असली तौर पर उत्ते मित्र तेरा कोई भी नहीं। ये सिर्फ रिश्तियां तक ही सीमित ने। तो साध संगत जी जिन्ना चिर तक मनुख जिउंदा रहिंदा उन्ना चिर तक संसार विच रिश्ते ने। जिस वेले ये प्राण निकल जाण ते रिश्ता भी किसी नाल कोई नहीं हुंदा। जिस घर नूं अज मैं कहना ना मेरे जाण तो बाद विच उहदे वारिस होर आ जाणगे, दावा करन वाले भी साडा, वो अपने नां ते रजिस्ट्री करा लैणगे। अज जिहड़ियां गड्डियां नूं मैं कहना जिहड़ा धन पदार्थ मेरा कल नूं पराया हो जाना, मेरा नहीं रहना। ते साध संगत जी जिहड़ी इस्त्री भी है ना, इस गल का दावा नहीं कीता जा सकता भी ये मेरे नाल ही बजी है ते मेरे ही सहारे दे नाल है। नहीं, मैं जिउंदा मेरे नाल है। तो बहुतात तौर पर इदां हुंदा भी है। तो सानू ये अधिकार भी है भी पति की जेकर मौत हो जाए, जे पत्नी की मौत हो जाए तो इस्त्री अपना संगी साथी कोई होर लभ सकती, क्योंकि जिंदगी बतीत करनी है। कोई किसी के आसरे ते पक्का नहीं बैठा, हर एक बंदा आसरा अपना होर होर लभदा है। तो पातशाह कहते हर बिन तेरो को ना सहाई। एक परमात्मा तो बगैर होर तेरा कोई भी सहाई नहीं। एक गल पल्ले नाल बनदा। तो साध संगत जी जो सिख इतिहास के विचों ना असी गुरु रामदास पातशाह भाई जेठा जी का जीवन पढ़ीए ना, कहते लाहौर की वो धरती चूना मंडी, पिता हरदास माता दया कौर की कुख तो ना चूना मंडी दे विच भाई जेठा जी का जन्म होंदा है। एक गरीब परिवार दे विचों पिता कामकार करते ने, रोजगार करते ने। वो ते कहंदे हले बचपन दे विच ना छोटा जिहा है, 3 कुछ साल की उम्र है ना, हले छोटे जे ने, हले तुरदे फिरदे ने, घर दे विच दौड़दे फिरदे ने। ते माँ बड़ा प्यार करदी, बड़ा स्नेह करदी, अपने पुत्र नूं जेठा जेठा कह के पुकारदी है। ते साध संगत जी अज रात नूं प्रशादा चक्या, सारा परिवार ना अज सुता। अज भाई जेठा इधर मंजी ते पिता जी ने, इधर मंजी ते माता दे नाल ना गल बकड़ी पा के जफ्फी पा के ना रात नूं सौ गए। ते सवेर होई ना, अज सवेर होई, रोजाना माँ क्या करदी सी, पुत्र उठ, पुत जेठिया उठ, रोज़ माँ कहती सी।
ਅੱਜ ਤੇ ਸੂਰਜ ਵੇਖਿਆ ਸਿਰ ਤੇ ਆ ਗਿਆ, ਪਰ ਮਾਂ ਉੱਠੀ ਨਹੀਂ। ਅੱਜ ਮਾਂ ਉੱਠੀ ਨਹੀਂ। ਭਾਈ ਜੇਠਾ ਉੱਠ ਗਿਆ ਤੇ ਉੱਠ ਕੇ ਮਾਂ ਨੂੰ ਹਲੂਣਾ ਦਿੱਤਾ, ਹਿਲਾਇਆ, ਮਾਂ ਉੱਠ, ਮਾਂ ਮੈਂ ਦੁੱਧ ਪੀਣਾ ਹੈ। ਤੇ ਸਾਧ ਸੰਗਤ ਜੀ, ਮਾਂ ਰੋਜ਼ ਉੱਠ ਕੇ ਜੇਠੇ ਨੂੰ ਉਠਾਉਂਦੀ ਸੀ ਨਾ। ਅੱਜ ਇੱਦਾਂ ਦਾ ਦਿਨ ਚੜ੍ਹਿਆ, ਅੱਜ ਜੇਠਾ ਤੇ ਉੱਠ ਗਿਆ, ਅੱਜ ਮਾਂ ਨਹੀਂ ਉੱਠੀ। ਪਿਤਾ ਨੂੰ ਆਵਾਜ਼ ਮਾਰੀ, ਆ ਕੇ ਵੇਖਿਆ ਤੇ ਪਤਾ ਲੱਗਿਆ ਵੀ ਮਾਂ, ਇਹ ਸਰੀਰ ਹੀ ਇੱਥੇ ਰਹਿ ਗਿਆ, ਮਾਂ ਤੇ ਰਹੀ ਨਹੀਂ। ਮਾਂ ਅਕਾਲ ਚਲਾਣਾ ਕਰ ਗਈ। ਪਿਤਾ ਨੇ ਚੁੱਕ ਕੇ ਗਲ ਬੱਕੜੀ ਦੇ ਵਿੱਚ ਪੁੱਤਰ ਨੂੰ ਲਿਆ, ਕਹਿਣ ਲੱਗੇ, ਪੁੱਤਰਾ, ਇੱਕ ਜ਼ਿੰਦਗੀ ਦਾ ਸਹਾਰਾ ਤੇਰੀ ਮਾਂ ਸੀ ਤੇ ਤੂੰ ਸੀ। ਤੇਰੀ ਮਾਂ ਵੀ ਅੱਜ ਰਸਤੇ ਵਿੱਚ ਮੇਰਾ ਸਾਥ ਛੱਡ ਕੇ ਚਲੇਗੀ। ਪੁੱਤਰਾ, ਉਸ ਅਕਾਲ ਪੁਰਖ ਦੇ ਉੱਤੇ ਵਿਸ਼ਵਾਸ ਰੱਖੀ, ਜਿਹਦਾ ਕੋਈ ਨਹੀਂ ਨਾ ਹੁੰਦਾ, ਉਹਦਾ ਉਹ ਦਾਤਾ ਜ਼ਰੂਰ ਹੁੰਦਾ ਹੈ। ਅੱਜ ਤੋਂ ਤੇਰੀ ਮਾਂ, ਤੇਰਾ ਪਿਤਾ, ਅੱਜ ਤੋਂ ਮੈਂ ਹੀ ਆ ਸਾਰਾ ਕੁਝ। ਕਹਿੰਦੇ ਛੋਟੇ ਛੋਟੇ ਹੱਥਾਂ ਦੇ ਨਾਲ ਘਰ ਦੇ ਵਿੱਚ ਉਹਨਾਂ ਇੱਕ ਅਰਥੀ ਦੇ ਉੱਤੇ ਮਾਂ ਨੂੰ ਵਿਦਿਆ ਕੀਤਾ। ਅੱਜ ਛੋਟੀ ਜਿਹੀ ਉਮਰ ਹੈ, 3 ਸਾਲਾਂ ਦੀ, ਅੱਜ ਮਾਂ ਨੂੰ ਵਿਦਿਆ ਕੀਤਾ ਅੱਖਾਂ ਦੇ ਵਿੱਚ। ਤੇ ਕਹਿੰਦੇ ਘਰ ਦੇ ਵਿੱਚ ਵਾਪਸ ਪਰਤ ਆਏ, ਬੜਾ ਉਦਾਸ ਹੈ ਚਿਹਰਾ। ਪਿਤਾ ਬੜਾ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ, ਬੜਾ ਯਤਨ ਕਰਦਾ ਵੀ ਮੇਰੇ ਪੁੱਤਰ ਨੂੰ ਮਾਂ ਦੀ ਕਮੀ ਮਹਿਸੂਸ ਨਾ ਹੋਵੇ। ਪਰ ਸਾਧ ਸੰਗਤ ਜੀ, ਮਾਂ ਵਰਗਾ ਕਣਛਾਵਾਂ ਬੂਟਾ ਮੈਨੂੰ ਨਜ਼ਰ ਕਿਤੇ ਨਾ ਆਵੇ। ਕਹਿੰਦੇ ਮਾਂ ਦੀ ਜਗ੍ਹਾ ਕੌਣ ਲੈ ਸਕਦਾ ਹੈ? ਮਾਂ ਤੇ ਇੱਕ ਕਣਛਾਵੇਂ ਬੂਟੇ ਦੀ ਤਰ੍ਹਾਂ ਹੈ, ਜਿਹਦੀ ਛਾਂ ਮਾਂ ਦੇ ਨਾਲ ਹੀ ਰਹਿੰਦੀ ਹੈ। ਤੇ ਕਹਿੰਦੇ ਅੱਜ ਘਰ ਦੇ ਵਿੱਚ ਨਾ ਪਿਤਾ ਪੁੱਤ ਨੂੰ ਨਾ ਖਿਡਾਉਂਦੇ ਨੇ, ਖੁਸ਼ ਰੱਖਣ ਦਾ ਯਤਨ ਕਰਦੇ ਨੇ। ਪਿਤਾ ਕੰਮਕਾਰ ਕਰਦੇ, ਜਿਸ ਤੋਂ ਘਰ ਦਾ ਗੁਜ਼ਰਾਨ ਚੱਲਦਾ। ਪੁੱਤ ਜੇਠਾ ਥੋੜ੍ਹਾ ਥੋੜ੍ਹਾ ਵੱਡਾ ਹੁੰਦਾ। ਹੁਣ ਰੋਜ਼ ਸਵੇਰੇ ਨਾ ਪਹਿਲਾਂ ਸੌਂਦੇ ਸੀ, ਮਾਂ ਕੰਮਕਾਰ ਕਰਦੀ ਸੀ। ਹੁਣ ਜ਼ਿੰਮੇਵਾਰੀਆਂ ਹੌਲੀ ਹੌਲੀ ਜੇਠੇ ਦੇ ਸਿਰ 'ਤੇ ਨੇ। ਇੱਕ ਆਨਾ ਲੈ ਕੇ ਬਾਹਰੋਂ ਹੱਟੀ ਤੋਂ ਦੁੱਧ ਲੈ ਕੇ ਆਉਂਦੇ ਨੇ, ਪਿਤਾ ਜੀ ਨੂੰ ਦਿੰਦੇ ਨੇ, ਤੇ ਚਾਹ ਬਣਦੀ ਹੈ, ਭੋਜਨ ਬਣਦਾ ਘਰ ਦੇ ਵਿੱਚ। ਤੇ ਸਾਧ ਸੰਗਤ ਜੀ, ਕੁਝ ਕੁ ਸਾਲਾਂ ਦਾ ਸਮਾਂ ਨਿਕਲਿਆ ਨਾ, ਭਾਈ ਜੇਠੇ ਦੀ ਉਮਰ 7 ਸਾਲਾਂ ਦੀ ਹੋਈ। ਹੁਣ ਵੱਡੇ ਹੋ ਗਏ, ਗੱਭਰੂ ਹੋ ਗਏ। ਤੇ ਅੱਜ ਫਿਰ ਸਾਧ ਸੰਗਤ ਜੀ ਰਾਤ ਨੂੰ ਪ੍ਰਸ਼ਾਦਾ ਛਕਿਆ ਤੇ ਤਾਰਿਆਂ ਦੀ ਛਾਵੇਂ ਤਾਰਿਆਂ ਨੂੰ ਦੇਖਦੇ ਦੇਖਦੇ ਸੌਂਦੇ ਨੇ। ਗੱਲਾਂ ਕਰਦੇ ਕਰਦੇ ਨੀਂਦ ਆ ਜਾਂਦੀ ਹੈ। ਅੱਜ ਸਵੇਰ ਹੋਈ, ਕਹਿੰਦੇ ਅੱਜ ਫਿਰ ਸਵੇਰ ਹੋਈ। ਅੱਜ ਕਿੱਦਾਂ ਦਾ ਦਿਨ ਚੜ੍ਹਿਆ, ਅੱਜ ਪਿਤਾ ਨੇ ਉਠਾਇਆ ਨਹੀਂ। ਤੇ ਭਾਈ ਜੇਠਾ ਕਹਿੰਦਾ ਬਾਪੂ ਉਠੋ, ਮੈਨੂੰ ਇੱਕ ਆਨਾ ਦਿਓ, ਮੈਂ ਦੁਕਾਨ ਤੋਂ ਜਾ ਕੇ ਹੱਟੀ ਤੋਂ ਦੁੱਧ ਲੈ ਕੇ ਆਵਾਂ, ਫਿਰ ਆਪਾਂ ਚਾਹ ਬਣਾਈਏ, ਨਾਸ਼ਤਾ ਕਰੀਏ। ਅੱਜ ਪਿਤਾ ਬੋਲਦਾ ਨਹੀਂ। ਅੱਜ ਹਲੂਣਾ ਦਿੱਤਾ, ਹਿਲਾਇਆ, ਅੱਜ ਪਿਤਾ ਨਹੀਂ ਬੋਲਦਾ। ਫਿਰ ਉਹ ਦਿਨ ਚੇਤੇ ਆ ਗਏ ਵੀ ਇੱਦਾਂ ਦਾ ਦਿਨ ਇੱਕ ਵਾਰੀ ਪਹਿਲਾਂ ਚੜ੍ਹਿਆ ਸੀ, ਜਦੋਂ ਮੇਰੀ ਮਾਂ ਰਾਤ ਨੂੰ ਸੁੱਤੀ, ਉਹ ਵੀ ਸਵੇਰੇ ਬੋਲੀ ਨਹੀਂ, ਉੱਠੀ ਨਹੀਂ। ਅੱਜ ਮੇਰਾ ਪੁੱਤਾ ਰਾਤ ਨੂੰ ਸੁੱਤਾ ਤੇ ਅੱਜ ਸਵੇਰ ਹੋਈ ਤੇ ਅੱਜ ਪਿਤਾ ਵੀ ਨਹੀਂ ਬੋਲਦਾ। ਤੇ ਸਾਧ ਸੰਗਤ ਜੀ, ਉਹ ਇੱਕ ਛੋਟਾ ਜਿਹਾ ਬੱਚਾ ਜਿਹਦੇ ਵਾਸਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੋਵੇ, ਸਾਰੀ ਦੁਨੀਆ ਪਰਾਈ ਪਰਾਈ ਲੱਗਦੀ ਹੋਵੇ, ਉਹਦਾ ਕੋਈ ਵੀ ਨਹੀਂ, ਇਕੱਲਾ ਘਰ ਦੇ ਵਿੱਚ। ਕਹਿੰਦੇ ਸੰਗੀ ਸਾਥੀ ਆਂਢੀ ਗੁਆਂਢੀ ਆਏ, ਪਿਤਾ ਦੀ ਅਰਥੀ ਤਿਆਰ ਕੀਤੀ। ਭਾਈ ਜੇਠਾ ਛੋਟਾ ਜਿਹਾ 7 ਕੁ ਸਾਲਾਂ ਦੀ ਉਮਰ, ਅਰਥੀ ਦੇ ਅੱਗੇ ਅੱਗੇ ਤੁਰਿਆ ਜਾਂਦਾ ਤੇ ਇਹ ਸੋਚਦਾ ਇਸੇ ਰਸਤੇ ਤੇ ਕਦੇ ਮਾਂ ਨੂੰ ਵਿਦਿਆ ਕੀਤਾ ਸੀ, ਅੱਜ ਪਿਤਾ ਨੂੰ ਵਿਦਿਆ ਕਰਕੇ ਆਉਣਾ। ਓਏ ਇਸ ਘਰ ਦੇ ਵਿੱਚ ਮੇਰਾ ਕੋਈ ਵੀ ਨਹੀਂ ਹੋਣਾ, ਮੈਂ ਇਕੱਲਿਆ ਰਹਿ ਜਾਣਾ। ਅੱਜ ਕਹਿੰਦੇ ਪਿਤਾ ਦਾ ਅੰਤਿਮ ਸੰਸਕਾਰ ਕਰ ਦਿੱਤਾ। ਤੇ ਸਾਧ ਸੰਗਤ ਜੀ, ਨਾ ਡਰ ਦੇ ਵਿੱਚ ਨਾ ਇੱਕ ਬੱਚਾ ਕੋਨੇ ਵਿੱਚ ਛੁਪ ਕੇ ਬਹਿ ਜਾਂਦਾ। ਘਰ ਵਿੱਚ ਆ ਕੇ ਨਾ, ਵੱਡਾ ਘਰ ਹੈ, ਕੱਚਾ ਮਕਾਨ ਹੈ, ਕਹਿੰਦੇ ਇੱਕ ਕੋਨੇ ਦੇ ਵਿੱਚ ਨਾ ਸੁੰਗੜ ਕੇ ਤੇ ਬਹਿ ਗਏ ਤੇ ਸੋਚਦੇ ਨੇ ਵੀ ਮੇਰੀ ਮਾਂ ਵੀ ਨਹੀਂ, ਪਿਤਾ ਵੀ ਨਹੀਂ, ਕੌਣ ਹੈ ਮੇਰਾ? ਪਰ ਇੱਕ ਗੱਲ ਚੇਤੇ ਆਉਂਦੀ ਵੀ ਪਿਤਾ ਇੱਕ ਗੱਲ ਕਹਿੰਦੇ ਸੀ, ਪੁੱਤਰਾ, ਜਿਹਦਾ ਕੋਈ ਸੰਸਾਰ ਵਿੱਚ ਨਹੀਂ ਨਾ ਹੁੰਦਾ, ਉਹਦਾ ਉਹ ਅਕਾਲ ਪੁਰਖ ਹੁੰਦਾ ਹੈ।
फिर मन च सोचते हैं भी वो रब तो मेरा है। साध संगत जी, कोई आंढी गवांढी, कोई रिश्तेदार, चाचे ताए बड़े ने, पर कोई नहीं आया मदद करने वास्ते, मदद की पुछण वास्ते भी भाई जेठिया तेरी माँ नहीं, तेरा पिता नहीं, तू कुछ खाना है, रोटी खानी है, दुध पीना, चाह पीनी है, कोई पुछण वाला नहीं। तो साध संगत जी, कई बार इस तरह हुंदा भी चाचे ताए बच्चों नूं सांभ लैंदे ने, अपने पुत्र बना के उन्हां दी देखभाल करते हैं, पर किसी ने बांह नहीं फड़ी। अखीर नानी नूं पता लग्या भी मेरा दोता जड़ा ना कल्ला रह गया घर दे विच, मेरी धी भी अकाल चलाना कर गई। कहंदे पिंड बासरके तो नानी अज आई। नानी आई ते नानी ने कहा, पुत्रा एक कच्चे मकान ने, इन्हां दरवाजियां नूं बंद कर दे, पोटली दे विच अपना समान पा ला, आ अज आपां पिंड बासरके तेरे नानके पिंड चलदे आ। कहंदे घर दे विचों ना अपना पोटली विच समान पाया, वो घर अज दरवाजे उहदे कपाट बंद कर दिते। जिस वेले गलियां चों लंघण लगा ना, साध संगत जी, जदों गलियां दे विच ना चूना मंडी दीयां गलियां चों लंघदा है भाई जेठा, चार छपेरे ताए चाचे गवांढी ने देख देख के भाई जेठे नूं दरवाजे अपने कपाट बंद कर लंदे ने भी किते साडे घर दे विच ना आ जावे, किते ऐ ना कवे भी मैनू रख लो। लोकी दरवाजे बंद कर लेंदे ने। ते कहंदे नानी अपने नाल पिंड बासरके लै गई। बासरके कुछ समय रहे। ये बासरके वो नगर है जिथे गुरु अंगद देव पातशाह का जन्म होया सी। बासरके वो नगर है। ते कहंदे गुरु अमरदास पातशाह जी ने एक नवी नगरी जिहड़ी है ना, पहला तो गुरु अंगद देव पातशाह खंडूर साहब रहिंदे, गुरु अमरदास पातशाह जी जिस वेले गुरता गद्दी ते बैठे ना, उन्हें एक नवी नगरी गोबिंदवाल साहब की उसारी की। ते जिन्नी संगत जिहड़ी सी ना बासरके दी, खंडूर साहब की संगत, वो सारी गोबिंदवाल साहब आ गई। कहंदे नानी ते भाई जेठा भी गोबिंदवाल साहब चले गए। गुरु अमरदास पातशाह की शरण में जिथे रह के उन्हों की परवरिश हुई। ते कहंदे नानी रोजाना पता की करती है, जिहड़ियां घुंगणियां छोले आउंदे ने ना, वो उबाल के ते भाई जेठे नूं दे दिंदी है। ते भाई जेठा बाजार विच बेच के आ जांदा है, कुछ कु पैसे वट के घर दे विच ले आउंदा है, जिहदे नाल घर दा गुजारा चलदा है। इस तरह जिस वेले कहंदे गोबिंदवाल साहब उस नगरी विच रहिंदे ना, जिस वेले गुरु रामदास पातशाह जी ने, गुरु अमरदास पातशाह जी ने गोबिंदवाल साहब दे विच ना बौली दी उसारी कराई, होर उसारियां सेवा दे कारज कराए। ते उन्हां दे विच भाई जेठा जी ना सेवा निभाउंदे ने, टोकरी दी सेवा करते हैं। ते एक दिन माता जी ने गुरु अमरदास पातशाह जी दे महल ने ना जिहड़े, उन्होंने कहा गुरु अमरदास पातशाह जी नूं भी साडी धी वास्ते ना बीबी भानी दे वास्ते एक वर दी लोड़ है। ते मैं सोचदी हाँ भी जिद्दां दा आ नौजवान बेटा ना, ये नौजवान जेठा ना जिद्दां दा इदां दा नौजवान होना चाहिए, जिहड़ा वर चाहिए। ते गुरु अमरदास पातशाह जी ने खुश होकर कहा बीबी भानी नूं भी जेठे वर्गा ते संसार दे विच कल्ला जेठा ही है, इदां दा ते कोई होर नहीं। इन्ना गुणी ज्ञानी, इन्ना निमरता वाला, सेवा भावना वाला होर कोई नहीं। ते कहंदे बीबी भानी दे आनंद कारज करवा दिते गए। उस तो बाद दे विच गुरु पातशाह जी ने गुरता गद्दी का तिलक दे के उन्होंने गुरता गद्दी दे उत्ते सुभायमान कर दिता। हुण साध संगत जी, गल समझण वाली ये है, गुरुदेव सतगुरु जो इत्थे समझाउणा चाहुंदे ने भी संसार दे विच कोई किसे दा नहीं। कांकी मात पिता सुधबंता को काहू को पाई। कहंदे कांकी मात पिता, कोई मां किसे दी नहीं, कोई पिता भी किसे दा नहीं। बनता कहंदे ने इस्त्री नूं को काहू को भाई, भरा भी कोई किसे दा संसार विच नहीं हुंदा। ते साध संगत जी, जे चाचे ताए भरा रिश्तेदार अपने होण ना, ते भाई जेठा जिस वेले मां दा साया घर दे विचों उठ गया, अनाथ हो गए, पिता नहीं रहे,
ਤੇ ਕਿਸੇ ਚਾਚੇ ਤਾਏ ਕਿਸੇ ਰਿਸ਼ਤੇਦਾਰ ਨੇ ਆ ਕੇ ਬਾਂਹ ਨਹੀਂ ਫੜੀ। ਕਿਉਂ? ਕਿਉਂਕਿ ਗਰੀਬ ਸੀ, ਕੋਈ ਪੁੱਛਣ ਵਾਲਾ ਨਹੀਂ। ਤੇ ਸਤਿਗੁਰ ਪਾਤਸ਼ਾਹ ਇਹ ਸਮਝਾਉਣਾ ਚਾਹੁੰਦੇ ਨੇ। ਅਖੀਰ ਉਹਨਾਂ ਨੇ ਓਟ ਆਸਰਾ ਕਿਹਦਾ ਚੱਕਿਆ? ਅਕਾਲ ਪੁਰਖ ਵਾਹਿਗੁਰੂ ਦਾ। ਜਿਸ ਨਗਰੀ ਦੇ ਵਿੱਚ ਆਏ ਗੋਬਿੰਦਵਾਲ ਸਾਹਿਬ, ਉੱਥੇ ਗੁਰਤਾ ਗੱਦੀ ਉਹਨਾਂ ਨੂੰ ਬਖਸ਼ਿਸ਼ ਕੀਤੀ। ਅੱਜ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਚਲੇ ਜਾਈਏ ਨਾ, ਜਿਸ ਰਾਮਦਾਸ ਸਰੋਵਰ ਦੀ ਉਸਾਰੀ ਗੁਰੂ ਰਾਮਦਾਸ ਪਾਤਸ਼ਾਹ ਨੇ ਕਰਵਾਈ। ਤੇ ਸਾਧ ਸੰਗਤ ਜੀ, ਜਿਸ ਭਾਈ ਜੇਠੇ ਨੂੰ ਨਾ ਕਦੇ ਕੋਈ ਪ੍ਰਸ਼ਾਦਾ ਨਹੀਂ ਸੀ ਪੁੱਛਦਾ, ਭੁੱਖੇ ਭਾਣੇ ਦਿਨ ਟਪਾਉਣਾ ਪੈਂਦਾ ਸੀ, ਟਾਈਮ ਲਗਾਉਣਾ ਪੈਂਦਾ ਸੀ, ਭੁੱਖਿਆਂ ਰਹਿ ਕੇ ਇੱਕ ਕਿਨਕਾ ਇਸ ਢਿੱਡ ਵਿੱਚ ਨਹੀਂ ਸੀ ਜਾਂਦਾ। ਇੱਦਾਂ ਦੀ ਅਕਾਲ ਪੁਰਖ ਮਹਾਰਾਜ ਨੇ ਕਿਰਪਾ ਕੀਤੀ। ਉਸ ਰਾਮਦਾਸ ਦੀ ਨਗਰੀ ਵਿੱਚ ਜਾ ਕੇ ਦੇਖੋ, ਗੁਰੂ ਰਾਮਦਾਸ ਲੰਗਰ ਦੇ ਵਿੱਚ ਹਜ਼ਾਰਾਂ ਭੁੱਖੇ ਲੋਕ ਜਿਹੜੇ ਨੇ ਨਾ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਉੱਥੇ ਆ ਕੇ ਪ੍ਰਸ਼ਾਦਾ ਛਕ ਕੇ ਤੇ ਉਹ ਤ੍ਰਿਪਤ ਹੁੰਦੇ ਨੇ। ਇਹ ਬਖਸ਼ਿਸ਼ ਹੈ ਉਸ ਦਰ ਦੀ। ਤੇ ਸਾਧ ਸੰਗਤ ਜੀ, ਇਹ ਸਾਨੂੰ ਕਿੱਦਾਂ ਪ੍ਰਾਪਤ ਹੋਇਆ? ਇਹ ਦੇਣ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ, ਜਿਨੇ ਅੱਜ ਸਾਨੂੰ ਤੇ ਭਰਪੇਟ ਖਾਣਾ ਦਿੱਤਾ। ਕਦੇ ਉਹ ਆਪ ਭੁੱਖਿਆਂ ਰਿਹਾ ਇਸ ਸੰਸਾਰ ਦੇ ਵਿੱਚ, ਜਿਹਨੂੰ ਦੇਖ ਕੇ ਕਦੇ ਰਿਸ਼ਤੇਦਾਰਾਂ ਨੇ ਨਾ ਆਪਣੇ ਦਰਵਾਜ਼ੇ ਬੰਦ ਕਰ ਦਿੱਤੇ ਸੀ। ਤੇ ਸਾਧ ਸੰਗਤ ਜੀ, ਕਦੇ ਅੰਮ੍ਰਿਤਸਰ ਦੀ ਧਰਤੀ ਤੇ ਦੇਖੋ ਜਾ ਕੇ, ਜਿਸ ਵੇਲੇ ਸਵੇਰੇ ਅੰਮ੍ਰਿਤ ਵੇਲੇ ਨਾ ਪ੍ਰਕਾਸ਼ ਹੁੰਦਾ ਨਾ, ਉਹਦੇ ਕਪਾਟ ਬੰਦ ਹੁੰਦੇ ਨੇ। ਜਿਸ ਗੁਰੂ ਰਾਮਦਾਸ ਪਾਤਸ਼ਾਹ ਭਾਈ ਜੇਠਾ ਨੂੰ ਦੇਖ ਕੇ ਲੋਕਾਂ ਆਪਣੇ ਦਰਵਾਜ਼ੇ ਬੰਦ ਕਰ ਲਏ ਨਾ, ਕਹਿੰਦੇ ਜਦੋਂ ਸਵੇਰੇ ਕਪਾਟ ਬੰਦ ਹੁੰਦੇ ਨੇ ਨਾ, ਤੇ ਕਹਿੰਦੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਲੈਣਾ ਲਾ ਕੇ ਖੜੇ ਹੁੰਦੇ ਨੇ। ਸਤਿਗੁਰੂ, ਕਦੋਂ ਤੁਹਾਡੇ ਦਰ ਦੇ ਕਪਾਟ ਖੁੱਲਣਗੇ ਤੇ ਅਸੀਂ ਨਤਮਸਤਕ ਹੋਵਾਂਗੇ। ਤੇ ਕਦੇ ਉਹਨਾਂ ਨੂੰ ਦੇਖ ਕੇ ਲੋਕਾਂ ਆਪਣੇ ਬੂਹੇ ਬੰਦ ਕਰ ਲਏ ਸੀ। ਤੇ ਸਾਧ ਸੰਗਤ ਜੀ, ਕੌਣ ਸਹਾਈ ਹੁੰਦਾ ਸੰਸਾਰ ਵਿੱਚ? ਇੱਕ ਅਕਾਲ ਪੁਰਖ ਤੋਂ ਇਲਾਵਾ ਤੁਹਾਡੀ ਬਾਂਹ ਫੜਨ ਵਾਲਾ ਕੋਈ ਵੀ ਨਹੀਂ। ਸਭ ਪੈਸੇ ਦੇ ਮਿੱਤਰ ਨੇ, ਸਭ ਪੈਸੇ ਦੇ ਰਿਸ਼ਤੇਦਾਰ ਨੇ, ਕੋਈ ਕਿਸੇ ਦਾ ਨਹੀਂ। ਤੇ ਪਾਤਸ਼ਾਹ ਕਹਿੰਦੇ ਧਨ ਤਰਨੀ ਅਰ ਸੰਪਤ ਸਗਰੀ, ਜੋ ਮਾਨਿਓ ਅਪਨਾਈ। ਕਹਿੰਦੇ ਧਨ ਧਰਨੀ, ਇਹ ਧਨ ਪਦਾਰਥ ਔਰ ਧਰਤੀ ਜਿਹੜੀ ਹੈ, ਅਰ ਦਾ ਮਤਲਬ ਹੁੰਦਾ ਅਤੇ, ਸੰਪਤ ਸਗਰੀ ਸਾਰੀ ਸੰਪਤੀ, ਜੋ ਮਾਨਿਓ ਅਪਨਾਈ। ਇਹ ਧਨ ਪਦਾਰਥ, ਨੌਕਰ ਚਾਕਰ, ਇਹ ਪ੍ਰਾਪਰਟੀ, ਇਹ ਬੈਂਕ ਬੈਲੈਂਸ ਜਿਹਨੂੰ ਤੂੰ ਆਪਣੀ ਸਮਝਦਾ ਨਾ, ਪਾਤਸ਼ਾਹ ਜੀ ਕਹਿੰਦੇ ਤਨ ਛੁਟੈ ਕਛ ਸੰਗ ਨਾ ਚਾਲੈ, ਕਹਾਂ ਤਾਹੇ ਲਪਟਾਈ। ਅੱਜ ਤੂੰ ਕਹਿਣਾ ਤੇਰੀ ਹੈ, ਤੇ ਵਾਕਈ ਇਹ ਗੱਲ ਠੀਕ ਹੈ, ਅੱਜ ਤੇਰੀ ਹੈ। ਜਿੱਦਣ ਤਨ ਛੁਟੈ, ਇਸ ਤਨ ਦੇ ਵਿੱਚੋਂ ਨਾ ਇਹ ਪ੍ਰਾਣ ਨਿਕਲ ਗਏ, ਕਹਿੰਦੇ ਉਦਣ ਤੇਰੀ ਇਹ ਨਹੀਂ ਰਹਿਣੀ, ਸਭ ਬਗਾਨੀ ਹੋ ਜਾਣੀ ਹੈ। ਤੇ ਸਾਧ ਸੰਗਤ ਜੀ, ਮਰਨ ਤੋਂ ਬਾਅਦ ਦੇ ਵਿੱਚ ਨਾ ਕੋਈ ਮਨੁੱਖ ਜੇਕਰ ਮੈਂ ਕਹਿੰਦਾ ਜਿੰਦਾ ਹੋ ਕੇ ਵੀ ਆ ਕੇ ਕਵੇ ਨਾ, ਇਹ ਘਰ ਤੇ ਮੇਰਾ ਸੀ, ਇਹ ਬੈਂਕ ਬੈਲੈਂਸ ਤੇ ਮੇਰਾ ਸੀ, ਤੇ ਕਹਿੰਦੇ ਜਦੋਂ ਇੱਕ ਵਾਰੀ, ਇਹ ਹਿੰਦੁਸਤਾਨ ਦੇ ਵਿੱਚ ਹੀ ਰੂਲ ਹੈ, ਇੱਕ ਵਾਰੀ ਡੈਥ ਸਰਟੀਫਿਕੇਟ ਬਣ ਗਿਆ ਨਾ ਤੁਹਾਡਾ, ਉਦੋਂ ਬਾਅਦ ਤੁਸੀਂ ਜਿੰਦੇ ਵੀ ਹੋ ਜਾਓ, ਤੁਹਾਡਾ ਕੁਝ ਵੀ ਨਹੀਂ। ਇੱਕ ਵਾਰ ਤੁਹਾਡਾ ਡੈਥ ਸਰਟੀਫਿਕੇਟ ਇਸ਼ੂ ਹੋ ਗਿਆ ਨਾ, ਤੁਸੀਂ ਕਾਗਜ਼ਾਂ ਵਿੱਚ ਮਰ ਚੁੱਕੇ, ਉਦੋਂ ਬਾਅਦ ਬਸ਼ੱਕ ਦੀ ਤੁਸੀਂ ਜੀਂਦੇ ਰਹੋ, ਤੁਹਾਡਾ ਸੰਸਾਰ ਵਿੱਚ ਕੁਝ ਵੀ ਨਹੀਂ, ਨਾ ਹੀ ਸੰਸਾਰ ਜੋ ਖਤਮ ਹੋ ਜਾਂਦਾ ਬੰਦੇ ਦਾ। ਤੇ ਪਾਤਸ਼ਾਹ ਕਹਿੰਦੇ ਤੇਰਾ ਕੁਝ ਵੀ ਨਹੀਂ ਇੱਥੇ, ਜਿਹਨੂੰ ਤੂੰ ਆਪਣਾ ਆਪਣਾ ਕਹਿਣਾ। ਦੀਨ ਦਇਆਲ ਸਦਾ ਦੁਖ ਭੰਜਨ, ਤਾਸੋਂ ਰੁਚ ਨਾ ਬਣਾਈ। ਕਹਿੰਦੇ ਦੀਨ ਦਇਆਲ, ਸਾਡੇ ਗਰੀਬਾਂ ਦੇ ਉੱਤੇ, ਦੀਨਾਂ ਦੇ ਉੱਤੇ ਦਇਆ ਕਰਨ ਵਾਲਾ ਉਹ ਦਇਆਲ ਸਤਿਗੁਰੂ, ਸਦਾ ਦੁੱਖ ਭੰਜਨ, ਸਾਡੇ ਦੁੱਖਾਂ ਨੂੰ ਭੰਜਨ, ਨਾਸ਼ ਕਰਨ ਵਾਲਾ, ਦੁੱਖਾਂ ਨੂੰ ਕੱਟਣ ਵਾਲਾ, ਦੁੱਖਾਂ ਨੂੰ ਹਰਨ ਵਾਲਾ। ਤਾਂ ਸੋ ਰੁਚ ਨਾ ਬਣਾਈ। ਕਹਿੰਦੇ ਤੂੰ ਉਹਦੇ ਨਾਲ ਰੁਚੀ, ਆਪਣਾ ਵਿਸ਼ਵਾਸ ਪਰਮਾਤਮਾ ਨਾਲ ਕਿਉਂ ਨਹੀਂ ਬਣਾਇਆ? ਆਪਣੇ ਮਨ ਦੇ ਵਿੱਚ ਪਰਮਾਤਮਾ ਪ੍ਰਤੀ ਸ਼ਰਧਾ ਕਿਉਂ ਨਹੀਂ ਪੈਦਾ ਕੀਤੀ? ਜਿਹੜਾ ਦੀਨ ਦਇਆਲ ਹੈ, ਦੀਨਾਂ ਦੀ ਰੱਖਿਆ ਕਰਨ ਵਾਲਾ ਹੈ, ਉਹਨੂੰ ਆਪਣੇ ਹਿਰਦੇ ਦੇ ਵਿੱਚ ਵਸਾ, ਕਿਉਂਕਿ ਦੀਨਾਂ ਦੀ ਰੱਖਿਆ ਕਰਨ ਵਾਲਾ ਉਹ ਅਕਾਲ ਪੁਰਖ ਹੀ ਹੈ। ਨਾਨਕ ਕਹਿਤ ਜਗਤ ਸਭ ਮਿਥਿਆ, ਜੋ ਸੁਪਨਾ ਰਹਿਨਾਈ। ਨਾਨਕ ਕਹਿਤ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਬਚਨ ਕਰਦੇ ਨੇ, ਕਹਿ ਰਹੇ ਨੇ, ਜਗਤ ਸਭ ਮਿਥਿਆ, ਜੋ ਸੁਪਨਾ ਰਹਿਨਾਈ। ਕਹਿੰਦੇ ਸੁਪਨੇ ਦੀ ਤਰ੍ਹਾਂ ਹੈ ਇਹ ਸੰਸਾਰ। ਜਿੱਦਾਂ ਸਾਧ ਸੰਗਤ ਜੀ ਪਿਛਲੇ ਸਮਿਆਂ ਵਿੱਚ ਜਿੰਨੀ ਬੇਨਤੀ ਕੀਤੀ ਵੀ ਸੁਪਨੇ ਦੀ ਤਰ੍ਹਾਂ, ਬੱਦਲ ਦੀ ਤਰ੍ਹਾਂ, ਬੱਦਲ ਹਵਾ ਦੇ ਝੋਂਕੇ ਨਾਲ ਖਤਮ ਹੋ ਜਾਂਦੇ ਨੇ,
ਸੁਪਨੇ ਵਿੱਚ ਦੇਖੀ ਹੋਈ ਜਿਹੜੀ ਗੱਲ ਹੈ, ਜਿਹੜੀ ਕਹਾਣੀ ਹੈ ਨਾ,